ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਪਿਆਰੇ ਬੱਚਿਓ, ਆਨਲਾਈਨ ਜੋ ਸਾਡੀ ਕੈਟੇਕਿਜ਼ਮ ਕਲਾਸ ਲੱਗ ਰਹੀ ਹੈ ਉਸ ਦੇ ਵਿੱਚ ਅਸੀਂ ਅੱਜ ਜਮਾਤ 9ਵੀਂ ਅਤੇ ਉਸ ਦਾ ਦੂਜਾ ਅਧਿਆਇ ਕਰਾਂਗੇ। ਕਲਾਸ 9ਵੀਂ ਉਸ ਦਾ ਦੂਸਰਾ ਅਧਿਆਇ ਹੈ ਰਸੂਲਾਂ ਦੇ ਕਲਮੇ ਦਾ ਪਹਿਲਾ ਹਿੱਸਾ। ਮੈਂ ਇੱਕ ਖੁਦਾ ਉੱਤੇ ਈਮਾਨ ਰੱਖਦਾ ਹਾਂ ਜਿਹੜਾ ਬਾਪ ਪੂਰੀ ਕੁਦਰਤ ਵਾਲਾ, ਆਸਮਾਨ ਅਤੇ ਜ਼ਮੀਨ ਦਾ ਪੈਦਾ ਕਰਨੇ ਵਾਲਾ ਹੈ। ਇਸ ਪਾਠ ਦੇ ਵਿੱਚ ਅਸੀਂ ਖੁਦਾ ਰੂਹ ਹੈ, ਖੁਦਾ ਸਰਵਵਿਆਪੀ ਹੈ, ਖੁਦਾ ਬੇਹੱਦ ਸੰਪੂਰਨ ਹੈ ਅਤੇ ਖੁਦਾ ਦੇ ਜੋ ਕੰਮ ਹਨ ਉਹਨਾਂ ਦੇ ਬਾਰੇ ਅਸੀਂ ਜਾਣਾਂਗੇ। ਠੀਕ ਹੈ। ਇਸ ਪਾਠ ਦੇ ਵਿੱਚ ਅਸੀਂ ਇਸ ਬਾਰੇ ਵੀ ਜਾਣਾਂਗੇ ਕਿ ਕਿਵੇਂ ਖੁਦਾ ਨੇ ਪਹਿਲੇ ਇੱਕ ਆਦਮੀ ਅਤੇ ਔਰਤ ਨੂੰ ਬਣਾਇਆ ਅਤੇ ਕਿਵੇਂ ਇੱਕੋ ਖੁਦਾ ਦੇ ਵਿੱਚ ਤਿੰਨ ਸ਼ਖਸ ਹਨ। ਠੀਕ ਹੈ। ਸੋ ਪਿਆਰੇ ਬੱਚਿਓ, ਆਓ ਅਸੀਂ ਇਸ ਪਾਠ ਦੇ ਬਾਰੇ ਜਾਣੀਏ। ਇਸ ਪਾਠ ਦਾ ਅਧਿਆਇ ਦੂਸਰਾ, ਜਮਾਤ 9ਵੀਂ। ਪਹਿਲਾ ਕੁਐਸਚਨ ਹੈ, ਖੁਦਾ ਕੀ ਹੈ? ਖੁਦਾ ਕੀ ਹੈ? ਆਨਸਰ, ਖੁਦਾ ਸਭ ਤੋਂ ਉੱਤਮ ਰੂਹ ਹੈ। ਸਿਰਫ ਉਹੀ ਆਪਣੇ ਆਪ ਵਿੱਚ ਮੌਜੂਦ ਹੈ। ਖੁਦਾ ਰੂਹ ਹੈ। ਠੀਕ ਹੈ। ਪਿਆਰੇ ਬੱਚੋ, ਪਹਿਲਾ ਪ੍ਰਸ਼ਨ ਹੈ ਅਧਿਆਇ ਦੂਸਰਾ, ਖੁਦਾ ਕੀ ਹੈ? ਆਨਸਰ ਹੈ ਖੁਦਾ ਰੂਹ ਹੈ। ਠੀਕ ਹੈ। ਦੂਸਰਾ ਪ੍ਰਸ਼ਨ ਹੈ, ਦੂਸਰਾ ਸਵਾਲ ਹੈ, ਖੁਦਾ ਦੇ ਕੁਝ ਕੰਮਾਂ ਦਾ ਜ਼ਿਕਰ ਕਰੋ। ਦੂਸਰਾ ਪ੍ਰਸ਼ਨ ਹੈ ਅਧਿਆਇ ਦੂਸਰਾ, ਜਮਾਤ 9ਵੀਂ। ਦੂਸਰਾ ਪ੍ਰਸ਼ਨ ਹੈ, ਖੁਦਾ ਦੇ ਕੁਝ ਕੰਮਾਂ ਦਾ ਜ਼ਿਕਰ ਕਰੋ। ਖੁਦਾ ਦੇ ਕੰਮ। ਖੁਦਾ ਬੇਹੱਦ ਚੰਗਾ ਹੈ। ਖੁਦਾ ਬੇਹੱਦ ਦਿਆਲੂ ਹੈ। ਖੁਦਾ ਇਨਸਾਫ ਕਰਨ ਵਾਲਾ ਹੈ। ਖੁਦਾ ਬੇਹੱਦ ਬੁੱਧੀਮਾਨ ਹੈ। ਖੁਦਾ ਬੇਹੱਦ ਪਾਕ ਹੈ। ਖੁਦਾ ਬੇਹੱਦ ਸੱਚਾ ਹੈ। ਖੁਦਾ ਬੇਹੱਦ ਖੁਸ਼ ਹੈ। ਖੁਦਾ ਅਟਲ ਹੈ। ਖੁਦਾ ਵਫਾਦਾਰ ਹੈ ਅਤੇ ਖੁਦਾ ਸਭ ਕੁਝ ਜਾਣਨ ਵਾਲਾ ਹੈ। ਠੀਕ ਹੈ ਬੱਚੋ, ਤੁਹਾਡਾ ਸੈਕਿੰਡ ਕੁਐਸਚਨ, ਖੁਦਾ ਦੇ ਕੁਝ ਕੰਮਾਂ ਦਾ ਜ਼ਿਕਰ ਕਰੋ। ਪੇਜ ਨੰਬਰ 17, ਖੁਦਾ ਦੇ ਕੰਮ। ਤੀਸਰਾ ਸਵਾਲ ਹੈ, ਖੁਦਾ ਪੂਰੀ ਕੁਦਰਤ ਵਾਲਾ ਕਿਉਂ ਅਖਵਾਉਂਦਾ ਹੈ? ਤੀਸਰਾ ਸਵਾਲ, ਖੁਦਾ ਪੂਰੀ ਕੁਦਰਤ ਵਾਲਾ ਕਿਉਂ ਅਖਵਾਉਂਦਾ ਹੈ? ਆਨਸਰ ਹੈ ਖੁਦਾ ਪੂਰੀ ਕੁਦਰਤ ਵਾਲਾ ਇਸ ਲਈ ਅਖਵਾਉਂਦਾ ਹੈ ਕਿਉਂਕਿ ਉਹ ਸਭ ਕੁਝ ਕਰ ਸਕਦਾ ਹੈ। ਠੀਕ ਹੈ। ਤੁਹਾਡਾ ਤੀਸਰਾ ਪ੍ਰਸ਼ਨ ਹੈ, ਤੀਸਰਾ ਸਵਾਲ ਹੈ, ਖੁਦਾ ਪੂਰੀ ਕੁਦਰਤ ਵਾਲਾ ਕਿਉਂ ਅਖਵਾਉਂਦਾ ਹੈ? ਆਨਸਰ ਹੈ ਕਿਉਂਕਿ ਖੁਦਾ ਸਭ ਕੁਝ ਕਰ ਸਕਦਾ ਹੈ। ਠੀਕ ਹੈ। ਚੌਥਾ ਪ੍ਰਸ਼ਨ ਹੈ, ਚੌਥਾ ਸਵਾਲ ਹੈ, ਖੁਦਾ ਆਸਮਾਨ ਅਤੇ ਜ਼ਮੀਨ ਦਾ ਖਾਲਿਕ ਕਿਉਂ ਅਖਵਾਉਂਦਾ ਹੈ? ਚੌਥਾ ਸਵਾਲ, ਦੂਸਰਾ ਅਧਿਆਇ, ਖੁਦਾ ਆਸਮਾਨ ਅਤੇ ਜ਼ਮੀਨ ਦਾ ਖਾਲਿਕ ਕਿਉਂ ਅਖਵਾਉਂਦਾ ਹੈ? ਆਨਸਰ ਹੈ ਖੁਦਾ ਆਸਮਾਨ ਅਤੇ ਜ਼ਮੀਨ ਦਾ ਖਾਲਿਕ ਇਸ ਕਰਕੇ ਅਖਵਾਉਂਦਾ ਹੈ, ਖੁਦਾ ਨੇ ਆਸਮਾਨ ਅਤੇ ਜ਼ਮੀਨ 'ਤੇ ਸਭ ਚੀਜ਼ਾਂ ਨੂੰ ਨੇਸਤੀ ਤੋਂ ਪੈਦਾ ਕੀਤਾ। ਪੈਦਾ ਕਰਨ ਦਾ ਅਰਥ ਹੈ ਇੱਕ ਸ਼ੈ, ਚੀਜ਼ ਨੂੰ ਹੋਂਦ ਅਤੇ ਜ਼ਿੰਦਗੀ ਦੇਣੀ ਜਿਹੜੀ ਪਹਿਲਾਂ ਬਿਲਕੁਲ ਕਿਸੇ ਵੀ ਤਰ੍ਹਾਂ ਹੋਂਦ ਵਿੱਚ ਨਾ ਹੋਵੇ। ਠੀਕ ਹੈ। ਖੁਦਾ ਆਸਮਾਨ ਅਤੇ ਜ਼ਮੀਨ ਦਾ ਖਾਲਿਕ ਇਸ ਲਈ ਅਖਵਾਉਂਦਾ ਹੈ ਕਿਉਂਕਿ ਖੁਦਾ ਨੇ ਆਸਮਾਨ ਅਤੇ ਜ਼ਮੀਨ ਅਤੇ ਸਭ ਚੀਜ਼ਾਂ ਨੂੰ ਨੇਸਤੀ ਤੋਂ ਪੈਦਾ ਕੀਤਾ। ਠੀਕ ਹੈ। ਇਹ ਸੀ ਫੋਰਥ ਆਨਸਰ। ਫਿਫਥ ਪ੍ਰਸ਼ਨ ਹੈ, ਫਿਫਥ ਸਵਾਲ ਹੈ, ਖੁਦਾ ਦੀ ਖਾਸ ਪੈਦਾ ਕੀਤੀ ਹਸਤੀ ਕਿਹੜੀ ਹੈ? ਤੁਹਾਡਾ ਅਧਿਆਇ ਦੂਸਰਾ, ਜਮਾਤ 9ਵੀਂ। ਪੰਜਵਾਂ ਸਵਾਲ, ਖੁਦਾ ਦੀ ਖਾਸ ਪੈਦਾ ਕੀਤੀ ਹਸਤੀ ਕਿਹੜੀ ਹੈ? ਆਨਸਰ ਖੁਦਾ ਦੀ ਖਾਸ ਪੈਦਾ ਕੀਤੀ ਹਸਤੀ ਫਰਿਸ਼ਤੇ ਅਤੇ ਇਨਸਾਨ ਹਨ। ਫਰਿਸ਼ਤੇ ਅਤੇ ਇਨਸਾਨ ਇਸ ਲਈ ਖੁਦਾ ਦੀ ਖਾਸ ਪੈਦਾ ਕੀਤੀ ਹਸਤੀ ਹਨ ਕਿਉਂਕਿ ਅਕਲ ਅਤੇ ਮਰਜ਼ੀ ਰੱਖਣ ਦੇ ਕਾਰਨ ਉਹ ਉੱਤਮ ਤੌਰ 'ਤੇ ਖੁਦਾ ਦੇ ਕੰਮਾਂ ਦੀ ਝਲਕ ਹਨ। ਇਸ ਲਈ ਕਿ ਉਹ ਖੁਦਾ ਨੂੰ ਉੱਤਮ ਵਡਿਆਈ ਦੇਣ ਯੋਗ ਅਤੇ ਸਿਰਫ ਇਹੀ
ਅਮਰ ਹਨ, ਨਾ ਮਰਨ ਵਾਲੇ। ਠੀਕ ਹੈ। ਖੁਦਾ ਦੀ ਖਾਸ ਹਸਤੀ ਕਿਹੜੀ ਹੈ? ਖੁਦਾ ਦੀ ਖਾਸ ਹਸਤੀ ਫਰਿਸ਼ਤੇ ਅਤੇ ਇਨਸਾਨ ਹਨ। ਠੀਕ ਹੈ। ਇਹ ਸੀ ਬੱਚਿਓ ਸਾਡਾ ਪੰਜਵਾਂ ਸਵਾਲ। ਅੱਗੇ ਛੇਵਾਂ ਸਵਾਲ ਹੈ, ਪਹਿਲੇ ਆਦਮੀ ਤੇ ਪਹਿਲੀ ਔਰਤ ਦਾ ਨਾਂ ਕੀ ਸੀ? ਛੇਵਾਂ ਸਵਾਲ ਅਧਿਆਇ ਦੂਸਰਾ, ਪਹਿਲੇ ਆਦਮੀ ਅਤੇ ਪਹਿਲੀ ਔਰਤ ਦਾ ਨਾਂ ਕੀ ਸੀ? ਆਨਸਰ ਹੈ, ਪਹਿਲੇ ਆਦਮੀ ਅਤੇ ਪਹਿਲੀ ਔਰਤ ਦਾ ਨਾਂ ਆਦਮ ਅਤੇ ਹਵਾ ਸੀ। ਠੀਕ ਹੈ। ਪਹਿਲੇ ਆਦਮੀ ਅਤੇ ਪਹਿਲੀ ਔਰਤ ਦਾ ਨਾਂ ਆਦਮ ਅਤੇ ਹਵਾ ਸੀ। ਆਦਮ ਪਹਿਲੇ ਆਦਮੀ ਦਾ ਨਾਂ ਸੀ ਅਤੇ ਹਵਾ ਪਹਿਲੀ ਔਰਤ ਦਾ ਨਾਂ ਸੀ। ਠੀਕ ਹੈ। ਖੁਦਾ ਨੇ ਆਦਮ ਦਾ ਬਦਨ ਮਿੱਟੀ ਨਾਲ ਬਣਾਇਆ ਅਤੇ ਇਸ ਬਦਨ ਨੂੰ ਇੱਕ ਅਮਰ ਰਹਿਣ ਵਾਲੀ ਰੂਹ ਬਖਸ਼ੀ। ਆਦਮ ਨੇ ਆਪਣੀ ਪਤਨੀ ਦਾ ਨਾਂ ਹਵਾ ਰੱਖਿਆ ਕਿਉਂਕਿ ਸਭ ਮਨੁੱਖ ਜਾਤੀ ਦੀ ਮਾਂ ਸੀ। ਖੁਦਾ ਨੇ ਆਦਮ ਤੇ ਹਵਾ ਨੂੰ ਅਦਨ ਦੇ ਬਾਗ ਵਿੱਚ ਰੱਖਿਆ ਸੀ। ਪਹਿਲੇ ਆਦਮੀ ਦਾ ਨਾਮ ਆਦਮ ਸੀ ਅਤੇ ਪਹਿਲੀ ਔਰਤ ਦਾ ਨਾਮ ਹਵਾ ਸੀ। ਠੀਕ ਹੈ। ਹੁਣ ਸੱਤਵਾਂ ਸਵਾਲ ਹੈ, ਕੀ ਖੁਦਾ ਦਾ ਕਦੀ ਆਰੰਭ ਹੋਇਆ? ਅਧਿਆਇ ਦੂਸਰਾ, ਸੱਤਵਾਂ ਸਵਾਲ ਹੈ, ਕੀ ਖੁਦਾ ਦਾ ਕਦੀ ਆਰੰਭ ਹੋਇਆ? ਆਨਸਰ ਹੈ, ਖੁਦਾ ਦਾ ਕਦੀ ਆਰੰਭ ਨਹੀਂ ਹੋਇਆ। ਉਹ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਤੱਕ ਰਹੇਗਾ। ਤੁਹਾਡਾ ਸੱਤਵਾਂ ਸਵਾਲ ਹੈ, ਕੀ ਖੁਦਾ ਦਾ ਕਦੀ ਆਰੰਭ ਹੋਇਆ? ਆਨਸਰ ਹੈ ਕਿ ਖੁਦਾ ਦਾ ਕਦੀ ਆਰੰਭ ਨਹੀਂ ਹੋਇਆ। ਉਹ ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਤੱਕ ਰਹੇਗਾ। ਇਹ ਸੀ ਬੱਚਿਓ ਸਾਡਾ ਸੱਤਵਾਂ ਸਵਾਲ। ਹੁਣ ਅੱਠਵਾਂ ਪ੍ਰਸ਼ਨ ਹੈ, ਖੁਦਾ ਕਿੱਥੇ ਹੈ? ਅੱਠਵਾਂ ਸਵਾਲ ਹੈ, ਖੁਦਾ ਕਿੱਥੇ ਹੈ? ਆਨਸਰ ਹੈ, ਖੁਦਾ ਹਰ ਜਗ੍ਹਾ ਹੈ। ਖੁਦਾ ਕਿੱਥੇ ਹੈ? ਆਨਸਰ ਹੈ, ਖੁਦਾ ਹਰ ਜਗ੍ਹਾ ਹੈ। ਖੁਦਾ ਹਰ ਵੇਲੇ ਸਾਡੇ ਨਾਲ ਹੈ ਕਿਉਂਕਿ ਉਸੇ ਵਿੱਚ ਸਾਡਾ ਜੀਵਨ, ਸਾਡੀ ਹਰਕਤ ਅਤੇ ਹੋਂਦ ਹੈ। ਠੀਕ ਹੈ। ਖੁਦਾ ਕਿੱਥੇ ਹੈ? ਖੁਦਾ ਹਰ ਜਗ੍ਹਾ ਹੈ ਕਿਉਂਕਿ ਉਸੇ ਦੇ ਵਿੱਚ ਹੀ ਸਾਡਾ ਜੀਵਨ, ਸਾਡੀ ਹਰਕਤ ਅਤੇ ਸਾਡੀ ਹੋਂਦ ਹੈ। ਖੁਦਾ ਹਰ ਵੇਲੇ ਸਾਡੇ ਨਾਲ ਹੈ। ਇਹ ਸੀ ਬੱਚੋ ਆਨਸਰ ਅੱਠਵਾਂ। ਅਗਲਾ ਸਵਾਲ ਹੈ ਨੌਵਾਂ, ਕੀ ਖੁਦਾ ਦਾ ਬਦਨ ਹੈ? ਅਧਿਆਇ ਦੂਸਰਾ, ਨੌਵਾਂ ਸਵਾਲ, ਕੀ ਖੁਦਾ ਦਾ ਬਦਨ ਹੈ? ਆਨਸਰ ਹੈ, ਖੁਦਾ ਦਾ ਬਦਨ ਨਹੀਂ ਹੈ। ਉਹ ਸਿਰਫ ਬੇਹੱਦ ਵੱਡਾ ਅਤੇ ਨਿਰਾਲਾ ਰੂਹ ਹੈ। ਠੀਕ ਹੈ। ਤੁਹਾਡਾ ਨੌਵਾਂ ਸਵਾਲ ਹੈ, ਕੀ ਖੁਦਾ ਦਾ ਬਦਨ ਹੈ? ਆਨਸਰ ਹੈ, ਖੁਦਾ ਦਾ ਬਦਨ ਨਹੀਂ ਹੈ। ਉਹ ਸਿਰਫ ਬੇਹੱਦ ਵੱਡਾ ਅਤੇ ਨਿਰਾਲਾ ਰੂਹ ਹੈ। ਅਸੀਂ ਖੁਦਾ ਨੂੰ ਆਪਣੀ ਜਿਸਮਾਨੀ ਅੱਖਾਂ ਨਾਲ ਨਹੀਂ ਸਮਝ ਸਕਦੇ ਕਿਉਂਕਿ ਉਹ ਰੂਹ ਹੈ। ਅਸੀਂ ਉਸ ਨੂੰ ਆਪਣੀ ਅਕਲ ਨਾਲ ਨਹੀਂ ਸਮਝ ਸਕਦੇ ਕਿਉਂਕਿ ਉਹ ਅਸੀਮ ਹੈ। ਠੀਕ ਹੈ। ਖੁਦਾ ਦਾ ਬਦਨ ਨਹੀਂ ਹੈ ਕਿਉਂਕਿ ਉਹ ਸਿਰਫ ਬੇਹੱਦ ਵੱਡਾ ਨਿਰਾਲਾ ਰੂਹ ਹੈ। ਇਹ ਸੀ ਬੱਚੋ ਸਾਡਾ ਨੌਵਾਂ ਸਵਾਲ। ਦਸਵਾਂ ਸਵਾਲ ਹੈ, ਕੀ ਇੱਕ ਤੋਂ ਵੱਧ ਖੁਦਾ ਹਨ? ਆਨਸਰ ਹੈ, ਸਿਰਫ ਇੱਕੋ ਖੁਦਾ ਹੈ। ਸਿਰਫ ਇੱਕੋ ਹੀ ਖੁਦਾ ਹੋ ਸਕਦਾ ਹੈ ਕਿਉਂਕਿ ਸਭ ਤੋਂ ਵੱਡਾ ਅਸੀਮ ਹੋਣ ਦੇ ਕਾਰਨ ਇਸ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ। ਇਸ ਲਈ ਇੱਕੋ ਹੀ ਖੁਦਾ ਹੈ। 11ਵਾਂ ਸਵਾਲ ਹੈ, ਇੱਕ ਖੁਦਾ ਵਿੱਚ ਕਿੰਨੇ ਸ਼ਖਸ ਹਨ? ਠੀਕ ਹੈ। ਆਨਸਰ ਹੈ, ਇੱਕ ਖੁਦਾ ਵਿੱਚ 3 ਸ਼ਖਸ ਹਨ, ਯਾਨੀ ਖੁਦਾ ਬਾਪ, ਖੁਦਾ ਬੇਟਾ ਅਤੇ ਖੁਦਾ ਰੂਹ ਪਾਕ। ਠੀਕ ਹੈ। ਇੱਕ ਖੁਦਾ ਵਿੱਚ ਕਿੰਨੇ ਸ਼ਖਸ ਹਨ? ਇੱਕ ਖੁਦਾ ਵਿੱਚ 3 ਸ਼ਖਸ ਹਨ, ਖੁਦਾ ਬਾਪ, ਖੁਦਾ ਬੇਟਾ ਅਤੇ ਖੁਦਾ ਰੂਹ ਪਾਕ। ਕੀ 3 ਸ਼ਖਸ 3 ਖੁਦਾ ਹਨ? ਇਸ ਦਾ ਆਨਸਰ ਹੈ ਨਹੀਂ, ਇਹ 3 ਸ਼ਖਸ 3 ਖੁਦਾ ਨਹੀਂ ਹਨ। ਬਾਪ, ਬੇਟਾ ਅਤੇ ਰੂਹ ਪਾਕ ਇੱਕੋ ਹੀ ਖੁਦਾ ਹੈ। ਠੀਕ ਹੈ। ਇਹ ਸੀ ਸਾਡਾ 11ਵਾਂ ਸਵਾਲ। ਹੁਣ 12ਵਾਂ ਸਵਾਲ ਹੈ, ਇੱਕ ਖੁਦਾ ਵਿੱਚ 3 ਸ਼ਖਸ ਹੋਣ ਦਾ ਭੇਦ ਕੀ ਅਖਵਾਉਂਦਾ ਹੈ?
ਅਧਿਆਇ ਦੂਸਰਾ ਜਮਾਤ 9ਵੀਂ 12ਵਾਂ ਸਵਾਲ ਇੱਕ ਖੁਦਾ ਵਿੱਚ ਤਿੰਨ ਸ਼ਖਸ ਹੋਣ ਦਾ ਭੇਦ ਕੀ ਅਖਵਾਉਂਦਾ ਹੈ। ਆਨਸਰ ਹੈ ਇੱਕ ਖੁਦਾ ਵਿੱਚ ਤਿੰਨ ਸ਼ਖਸ ਹੋਣ ਦਾ ਭੇਦ ਪਾਕ ਤਸਲੀਸ ਅਖਵਾਉਂਦਾ ਹੈ। ਠੀਕ ਹੈ, ਇੱਕ ਖੁਦਾ ਵਿੱਚ ਤਿੰਨ ਸ਼ਖਸ ਹੋਣ ਦਾ ਭੇਦ ਪਾਕ ਤਸਲੀਸ ਅਖਵਾਉਂਦਾ ਹੈ। ਸੋ ਪਿਆਰੇ ਬੱਚਿਓ, ਤੁਸੀਂ ਸਾਰਿਆਂ ਨੇ ਇਹ ਜੋ ਤੁਹਾਡਾ ਦੂਸਰਾ ਅਧਿਆਇ ਹੈ ਰਸੂਲਾਂ ਦੇ ਕਲਮੇ ਦਾ ਪਹਿਲਾ ਹਿੱਸਾ, ਮੈਂ ਇੱਕ ਖੁਦਾ ਉੱਤੇ ਈਮਾਨ ਰੱਖਦਾ ਹਾਂ ਜਿਹੜਾ ਬਾਪ ਪੂਰੀ ਕੁਦਰਤ ਵਾਲਾ ਆਸਮਾਨ ਅਤੇ ਜ਼ਮੀਨ ਦਾ ਪੈਦਾ ਕਰਨੇ ਵਾਲਾ ਹੈ। ਸਾਰੇ ਹੀ ਬੱਚਿਆਂ ਨੇ ਬੜੇ ਹੀ ਧਿਆਨ ਦੇ ਨਾਲ ਇਸ ਪਾਠ ਨੂੰ ਪੜ੍ਹਨਾ, ਇਸ ਅਧਿਆਇ ਨੂੰ ਪੜ੍ਹਨਾ ਅਤੇ ਇਸ ਦੇ ਜੋ ਇਹ ਪ੍ਰਸ਼ਨ ਉੱਤਰ ਅੱਜ ਤੁਹਾਨੂੰ ਕਰਵਾਏ ਗਏ ਹਨ ਉਹਨਾਂ ਨੂੰ ਵੀ ਯਾਦ ਕਰਨਾ। ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਖੁਦਾਵੰਦ ਪ੍ਰਭੂ ਯਿਸੂ ਮਸੀਹ ਹਮੇਸ਼ਾ ਤੁਹਾਡੇ ਨਾਲ ਰਹੇ। ਧੰਨਵਾਦ।